ਹੈਲੋ एवरीवन, ਹਾਊ ਆਰ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ 4th ਕਲਾਸ ਦੀ ਬੁੱਕ ਰੇਨਬੋ ਤੇ ਉਹਦਾ 6th ਲੈਸਨ ਹੈ ਹੈਲਥ ਇਨ ਆਰ ਹੈਂਡਸ। ਸਾਡੀ ਸਿਹਤ ਸਾਡੇ ਹੱਥਾਂ ਵਿੱਚ ਹੈ। Objective उद्देश्य ने to motivate the students to comprehend and narrate simple experiences and to inculcate the habit of cleanliness and hygiene। ਵਿਦਿਆਰਥੀਆਂ ਨੂੰ ਸਧਾਰਨ ਜਿਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ ਉਸ ਬਾਰੇ ਸਮਝਾਇਆ ਜਾਏ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾਏ ਕਿ ਉਹ ਜੇ ਕੁਝ ਬਿਆਨ ਕਰਨਾ ਚਾਹਣ ਤਾਂ ਉਹ ਕਿਸ ਤਰੀਕੇ ਨਾਲ ਕੀਤਾ ਜਾਏ ਤੇ ਨਾਲ ਉਹਨਾਂ ਵਿੱਚ ਸਫਾਈ ਦੀ ਆਦਤ ਪੈਦਾ ਕਰਨਾ ਤੇ ਸਫਾਈ ਬਾਰੇ ਦੱਸਣਾ ਕਿ ਉਹ ਕਿੰਨਾ ਜ਼ਰੂਰੀ ਹੁੰਦਾ ਹੈ। ਇਹ ਆਪਾਂ ਸਿੱਖਾਂਗੇ। ਪ੍ਰੀ ਰੀਡਿੰਗ ਪੜ੍ਹਨ ਤੋਂ ਪਹਿਲਾਂ ਵਾਟ ਆਰ ਗੁੱਡ ਹੈਬਿਟਸ, ਚੰਗੀਆਂ ਆਦਤਾਂ ਕੀ ਨੇ? ਚੰਗੀਆਂ ਆਦਤਾਂ ਹੈਗੀਆਂ ਜਿਵੇਂ ਵੱਡਿਆਂ ਦੀ ਇੱਜ਼ਤ ਕਰਨਾ ਤੇ फल सब्जियां खाना। आओ इत्थे कुछ चंगियां आदतां लिख दिंदे आ। गेट अप अर्ली, सवेरे जल्दी उठना। उस तो बाद ब्रश योर टीथ, दंत साफ करने 2 बार दिन च। टेक अ बाथ डेली, रोज नहाना। कॉम्ब योर हेयर, बालां दी कंघी करना। ते सब तो जरूरी वॉश योर हैंड्स बिफोर एंड आफ्टर मील, यानी कि खाने तो पहला ते खाने दे बाद हाथ धोने। उस तो बाद स्टडी पढ़ना ते नाल दी नाल throw trash in dustbin, ਗੰਦ ਨੂੰ ਡਸਟਬਿਨ ਦੇ ਵਿੱਚ ਸਿੱਟਣਾ ਤੇ ਪਾਣੀ ਤੇ ਬਿਜਲੀ ਦਾ ਧਿਆਨ ਨਾਲ ਵਰਤੋਂ ਕਰਨੀ। ਠੀਕ ਹੈ, ਇਹ ਹੈਗੀਆਂ ਨੇ ਕੁਝ ਚੰਗੀਆਂ ਆਦਤਾਂ ਤੇ ਵੱਡਿਆਂ ਦੀ ਇੱਜ਼ਤ ਕਰਨੀ ਉਹ ਵੀ ਹੈਗੀ ਹੈ। Do you wash your hands before taking meal? ਕੀ ਤੁਸੀਂ ਭੋਜਨ ਲੈਣ ਤੋਂ ਪਹਿਲਾਂ ਆਪਣੇ ਹੱਥ ਧੋਂਦੇ ਹੋ? ਹਾਂਜੀ, ਮੈਂ ਤਾਂ ਧੋਂਦੀ ਹਾਂ। Yes. What will happen if you don't wash your hands? ਜੇ ਤੁਸੀਂ ਆਪਣੇ ਹੱਥ ਨਹੀਂ ਧੋਗੇ ਤਾਂ ਕੀ ਹੋਏਗਾ? ਫਿਰ ਉਸ ਤੋਂ ਬਾਅਦ ਅਸੀਂ ਬਿਮਾਰ ਹੋ ਜਾਵਾਂਗੇ। We'll fall sick. ਅਸੀਂ ਬਿਮਾਰ ਹੋ ਜਾਵਾਂਗੇ ਕਿਉਂਕਿ ਹੱਥਾਂ ਵਿੱਚ ਕੀਟਾਣੂ ਹੁੰਦੇ ਨੇ ਤੇ ਉਹ ਸਾਡੇ ਸਰੀਰ ਦੇ ਅੰਦਰ ਚਲੇ ਜਾਣਗੇ ਤੇ ਸਾਨੂੰ ਨੁਕਸਾਨ ਕਰਨਗੇ। ਅੱਗੇ ਹੈਗਾ ਨਿਊ ਵਰਡਸ, ਨਵੇਂ ਸ਼ਬਦ। ਇੱਕ ਦਰਦ, ਇੱਕ ਕਹੀਦਾ ਇਹਨੂੰ ਦਰਦ। ਫੋਰਗੇਟ ਭੁੱਲਣਾ। ਵੈਲਥ ਦੌਲਤ। ਐਡਵਾਈਜ਼ ਸਲਾਹ। ਸਟਮਕ ਪੇਟ। ਜਰਮਸ ਕੀਟਾਣੂ। ਹੈਲਥ ਸਿਹਤ। ਡਰੇਨ, ਡਰੇਨ ਦਾ ਮਤਲਬ ਨਾਲੀ। ਆਓ ਇੱਕ ਵਾਰ ਫੇਰ ਤੋਂ ਪੜ੍ਹ ਲੈਂਦੇ ਹਾਂ। एक forget, wealth, advice, stomach, germs, health, drain। आगे चलते हैं। It was November 14। ये 14 नवंबर की गल है। सिमरन was getting ready for her school। सिमरन अपने स्कूल लिए तैयार हो रही सी। She was very happy। वो बहुत खुश सी। She had to participate in Children's Day celebration in the school। ਉਸਨੂੰ ਸਕੂਲ ਵਿੱਚ ਬਾਲ ਦਿਵਸ ਸਮੂਹ ਵਿੱਚ ਹਿੱਸਾ ਲੈਣਾ ਸੀ। ਪਾਰਟਿਸਿਪੇਟ ਦਾ ਮਤਲਬ ਟੇਕ ਪਾਰਟ, ਭਾਗ ਲੈਣਾ। ਸੈਲੀਬ੍ਰੇਸ਼ਨ ਦਾ ਮਤਲਬ ਪਾਰਟੀ। ਤੇ ਉਹ ਇੰਨੀ ਖੁਸ਼ ਇਸ ਲਈ ਸੀ ਕਿਉਂਕਿ 14 ਨਵੰਬਰ ਬਾਲ ਦਿਵਸ ਹੁੰਦਾ ਹੈ ਤੇ ਉਹਨੇ ਇੱਕ ਕਾਰਿਆਕ੍ਰਮ ਵਿੱਚ ਹਿੱਸਾ ਲਿਆ ਸੀ। Suddenly, she felt stomach ache। एकदम
ਅਚਾਨਕ ਉਸਨੂੰ ਪੇਟ ਵਿੱਚ ਦਰਦ ਮਹਿਸੂਸ ਹੋਇਆ। ਏਕ ਦਾ ਮਤਲਬ ਪੇਨ, ਦਰਦ। ਇਟ ਵਾਜ਼ ਸਵੀਅਰ। ਉਹ ਬਹੁਤ ਗੰਭੀਰ ਦਰਦ ਸੀ। ਸਵੇਰ ਦਾ ਮਤਲਬ ਵੈਰੀ ਬੈਡ, ਬਹੁਤ ਬਹੁਤ ਮਾੜਾ। ਸਿਮਰਨ's mother took her to the doctor. ਸਿਮਰਨ ਦੀ ਮਾਂ ਉਸਨੂੰ ਡਾਕਟਰ ਕੋਲ ਲੈ ਗਈ। Did you eat outside last night? ਕੀ ਤੁਸੀਂ ਕੱਲ ਰਾਤ ਬਾਹਰ ਖਾਧਾ ਸੀ? asked the doctor. ਡਾਕਟਰ ਨੇ ਪੁੱਛਿਆ। No, ਨਹੀਂ, said ਸਿਮਰਨ। ਸਿਮਰਨ ਕਹਿੰਦੀ ਨਹੀਂ ਜੀ, ਮੈਂ ਤਾਂ ਬਾਹਰ ਕੁਝ ਵੀ ਨਹੀਂ ਖਾਧਾ ਕੱਲ। I came back after playing football with my friends. ਮੈਂ ਤਾਂ ਆਪਣੇ ਦੋਸਤਾਂ ਨਾਲ ਫੁੱਟਬਾਲ ਖੇਡ ਕੇ ਵਾਪਸ ਆ ਗਈ ਸੀ। Had dinner and went to bed. ਤੇ ਰਾਤ ਦਾ ਖਾਣਾ ਖਾਇਆ ਤੇ ਮੈਂ ਸੌਣ ਚਲੀ ਗਈ। You didn't wash your hands before eating? Did you? ਕੀ ਤੁਸੀਂ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸੀ? ਕੀ ਤੁਸੀਂ ਧੋਤੇ ਸੀ? The doctor said. ਡਾਕਟਰ ਨੇ ਕਿਹਾ। ਸਿਮਰਨ answered no. ਸਿਮਰਨ ਨੇ ਜਵਾਬ ਦਿੱਤਾ ਨਹੀਂ ਧੋਤੇ। The doctor found the reason for her stomach ache. ਤੇ ਡਾਕਟਰ ਨੇ ਉਸਦੇ ਪੇਟ ਵਿੱਚ ਦਰਦ ਦਾ ਜੋ ਕਾਰਨ ਸੀ ਉਹ ਲੱਭ ਲਿਆ। She had eaten with dirty hands. ਉਸਨੇ ਗੰਦੇ ਹੱਥਾਂ ਨਾਲ ਖਾਣਾ ਖਾਧਾ ਸੀ। She had not washed them with soap. ਉਸਨੇ ਆਪਣੇ ਹੱਥਾਂ ਨੂੰ ਸਾਬਣ ਨਾਲ ਨਹੀਂ ਧੋਇਆ ਸੀ। The germs had moved into her body through her hands. ਤੇ ਜਿਹੜੇ ਕੀਟਾਣੂ ਸੀ ਉਸਦੇ ਹੱਥਾਂ ਦੁਆਰਾ ਉਸਦੇ ਸਰੀਰ ਵਿੱਚ ਚਲੇ ਗਏ ਸਨ। He said. ਉਹਨਾਂ ਨੇ ਕਿਹਾ, Never forget that health is wealth. ਕਦੇ ਨਾ ਭੁੱਲੋ ਕਿ ਸਿਹਤ ਹੀ ਦੌਲਤ ਹੈ। ਵੈਲਥ ਦਾ ਮਤਲਬ ਹੁੰਦਾ ਹੈ ਬੱਚਿਓ, ਆ ਦੇਖੋ, riches। ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ, ਵੈਲਥ ਦਾ ਮਤਲਬ ਹੁੰਦਾ ਹੈ ਧਨ, ਦੌਲਤ। ਅੱਗੇ ਪੜ੍ਹਦੇ ਹਾਂ ਤੇ ਉਹਨਾਂ ਨੇ ਸਮਝਾਇਆ ਵੀ ਬੇਟਾ ਇਹ ਕਦੇ ਨਾ ਭੁੱਲਿਓ ਵੀ ਜੇ ਸਿਹਤ ਹੈ ਤਾਂ ਦੌਲਤ ਹੈ। And good health lies in your neat and clean hands. ਤੇ ਚੰਗੀ ਸਿਹਤ ਤੁਹਾਡੇ ਸਾਫ਼ ਅਤੇ ਸੁਥਰੇ ਹੱਥਾਂ ਵਿੱਚ ਵਸਦੀ ਹੈ। ਜੇ ਹੱਥ ਸਾਫ਼ ਤਾਂ ਸਿਹਤ ਵੀ ਵਧੀਆ। ਸਿਮਰਨ was sad that she missed the school function. ਸਿਮਰਨ ਉਦਾਸ ਸੀ ਕਿ ਉਹ ਸਕੂਲ ਦੇ ਫੰਕਸ਼ਨ ਤੇ ਨਹੀਂ ਜਾ ਸਕੀ। But she was also happy that she had learned how to stay healthy. ਪਰ ਉਹਨੂੰ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਉਸਨੇ ਇਹ ਸਿੱਖ ਲਿਆ ਸੀ ਕਿ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਆਪਾਂ ਸਮਝਦਾਰੀ ਦਿਖਾਈਏ ਤੇ ਸਿਹਤ ਦਾ ਧਿਆਨ ਰੱਖੀਏ। The next day, ਅਗਲੇ ਦਿਨ, when Simran went to school, ਜਦੋਂ ਸਿਮਰਨ ਸਕੂਲ ਗਈ, she told her teacher that she was sick. ਤੇ ਉਸਨੇ ਆਪਣੇ ਅਧਿਆਪਕ ਨੂੰ ਦੱਸਿਆ ਕਿ ਉਹ ਬਿਮਾਰ ਹੈ। sick ਦਾ ਮਤਲਬ ਹੁੰਦਾ ਹੈ ਬੱਚਿਓ ill। ਆ ਦੇਖੋ ਲਿਖਿਆ ਹੋਇਆ ਜਿਹਦਾ ਮਤਲਬ ਬਿਮਾਰ। So, she could not attend the Children's Day celebration. ਤਾਂ ਉਹਨੇ ਦੱਸਿਆ ਵੀ ਮੈਡਮ ਜੀ ਮੈਂ ਤਾਂ ਬਿਮਾਰ ਸੀ। So she could not attend the Children's Day celebration. ਤੇ ਇਸੇ ਕਰਕੇ ਉਹ ਬਾਲ ਦਿਵਸ ਸਮੂਹ ਵਿੱਚ ਸ਼ਾਮਲ ਨਹੀਂ ਹੋ ਸਕੀ। Also, she discussed the doctor's advice with the teacher. ਤੇ ਨਾਲ ਹੀ ਉਸਨੇ ਚਰਚਾ ਕੀਤੀ ਅਧਿਆਪਕ ਨਾਲ ਜੋ ਡਾਕਟਰ ਨੇ ਸਲਾਹ ਦਿੱਤੀ ਸੀ। The teacher asked her to share the doctor's advice in the class. ਤੇ ਅਧਿਆਪਕ ਨੇ ਉਸਨੂੰ ਡਾਕਟਰ ਦੀ ਸਲਾਹ ਨੂੰ ਸਾਂਝਾ ਕਰਨ ਲਈ ਕਿਹਾ ਕਲਾਸ ਦੇ ਬਾਕੀ ਬੱਚਿਆਂ ਨਾਲ ਵੀ। ਸਿਮਰਨ was happy to share. ਸਿਮਰਨ ਇਹ ਸਭ ਦੱਸ ਕੇ ਬਹੁਤ ਖੁਸ਼ ਹੋਈ ਆਪਣੇ ਵਿਚਾਰ ਡਾਕਟਰ ਦੇ ਵਿਚਾਰ ਸਾਂਝੇ ਕਰਕੇ। She said, we should eat healthy food. ਉਸਨੇ ਕਿਹਾ ਸਾਨੂੰ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਅਵੋਇਡ ਜੰਕ ਫੂਡ। ਆ ਜਿਹੜਾ ਬਾਹਰ ਦਾ ਆਪਾਂ ਖਾਂਦੇ ਆ ਉਹ ਨਹੀਂ ਖਾਣਾ ਚਾਹੀਦਾ। ਠੀਕ ਹੈ ਨਾ, ਜੰਕ ਫੂਡ ਤੋਂ ਬਚਣਾ ਚਾਹੀਦਾ ਹੈ। ਐਂਡ ਡਰਿੰਕ ਲੋਟਸ ਆਫ ਵਾਟਰ।
ਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। We must wash our hands with soap. ਸਾਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਜ਼ਰੂਰ ਧੋਣਾ ਚਾਹੀਦਾ ਹੈ। From the front and the back side. ਅੱਗਿਓਂ ਵੀ ਹੱਥਾਂ ਨੂੰ ਧੋਣਾ ਚਾਹੀਦਾ ਤੇ ਪਿਛਲੇ ਹਿੱਸੇ ਵੀ। And between the fingers before eating. ਖਾਣਾ ਖਾਣ ਤੋਂ ਪਹਿਲਾਂ ਉਂਗਲੀਆਂ ਦੇ ਵਿਚਕਾਰ ਵੀ ਸਾਬਣ ਮਲ ਕੇ ਸਾਫ਼ ਕਰਨਾ ਚਾਹੀਦਾ ਹੈ। ਖਾਣ ਤੋਂ ਪਹਿਲਾਂ, after coughing, ਖਾਂਸੀ ਕਰਨ ਤੋਂ ਬਾਅਦ, playing, ਖੇਡਣ ਤੋਂ ਬਾਅਦ, touching pets, ਜਾਨਵਰਾਂ ਨੂੰ ਛੂਹਣ ਤੋਂ ਬਾਅਦ, using toilets, ਟਾਇਲਟ ਜਾਣ ਤੋਂ ਬਾਅਦ, and visiting a hospital, ਤੇ ਨਾਲ ਹੀ ਹਸਪਤਾਲ ਜਾ ਕੇ ਵਾਪਸ ਆਉਣ ਤੋਂ ਬਾਅਦ ਇਹ ਬਹੁਤ ਜ਼ਰੂਰੀ ਹੈ ਵੀ ਅਸੀਂ ਆਪਣੇ ਹੱਥ ਚੰਗੇ ਤਰੀਕੇ ਨਾਲ ਧੋਈਏ। ਅੱਗਿਓਂ ਪਿੱਛਿਓਂ ਉਂਗਲੀਆਂ ਦੇ ਵਿਚਕਾਰ ਹਰ ਪਾਸੇ ਤੋਂ ਸਾਫ਼ ਕਰੀਏ। ਸਿਮਰਨ, You have learned a lesson now. ਸਿਮਰਨ, ਤੁਸੀਂ ਹੁਣ ਇੱਕ ਸਬਕ ਸਿੱਖ ਲਿਆ ਹੈ। Said the teacher, ਅਧਿਆਪਕ ਨੇ ਕਿਹਾ। Students, we should keep our hands neat and clean. ਤੇ ਉਹਨਾਂ ਨੇ ਦੱਸਿਆ ਵੀ ਬੱਚਿਓ, ਵਿਦਿਆਰਥੀਓ, ਸਾਨੂੰ ਆਪਣੇ ਹੱਥਾਂ ਨੂੰ ਸਾਫ਼ ਅਤੇ ਸੁਥਰਾ ਰੱਖਣਾ ਚਾਹੀਦਾ ਹੈ। As our health is in our hands. ਕਿਉਂਕਿ ਸਾਡੀ ਸਿਹਤ ਸਾਡੇ ਹੱਥਾਂ ਵਿੱਚ ਹੈ। The germs cannot be seen with naked eye, but they are there. ਜਿਹੜੇ ਕੀਟਾਣੂ ਨੇ ਉਹ ਸਾਨੂੰ ਆਪਣੀ ਨਿਗਾਹ ਜਿਹੜੀ ਹੈਗੀ ਆ ਅੱਖਾਂ ਵਿੱਚ ਆਮ ਉਸ ਨਾਲ ਨਹੀਂ ਦਿਖਾਈ ਦਿੰਦੇ ਕਿਉਂਕਿ ਉਹ ਬਹੁਤ ਛੋਟੇ ਹੁੰਦੇ ਨੇ, ਪਰ ਫਿਰ ਇਹਦਾ ਮਤਲਬ ਇਹ ਨਹੀਂ ਵੀ ਉਹ ਹੈਗੇ ਨਹੀਂ, ਉਹ ਹੈਗੇ ਨੇ। The germs are very dangerous. ਤੇ ਇਹ ਜਿਹੜੇ ਕੀਟਾਣੂ ਹੈ ਇਹ ਬਹੁਤ ਖਤਰਨਾਕ ਹੁੰਦੇ ਨੇ। ਡੇਂਜਰਸ ਦਾ ਮਤਲਬ ਹੁੰਦਾ ਹੈ ਅਨਸੇਫ, ਅਸੁਰੱਖਿਅਤ। But when we wash our hands with soap, ਪਰ ਜਦੋਂ ਆਪਾਂ ਆਪਣੇ ਹੱਥ ਸਾਬਣ ਨਾਲ ਧੋ ਲੈਂਦੇ ਆ, the germs go down the drain. ਤੇ ਜਿਹੜੇ ਕੀਟਾਣੂ ਹੁੰਦੇ ਨੇ ਉਹ ਨਾਲੀ ਵਿੱਚ ਚਲੇ ਜਾਂਦੇ ਨੇ। If you want to be healthy, ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ, always wash your hands before eating. ਤਾਂ ਹਮੇਸ਼ਾ ਆਪਣੇ ਹੱਥ ਸਾਬਣ ਨਾਲ ਧੋ ਖਾਣ ਤੋਂ ਪਹਿਲਾਂ। So students, ਤਾਂ ਬੱਚਿਓ, what have you learned today? ਤਾਂ ਬੱਚਿਓ ਤੁਸੀਂ ਅੱਜ ਕੀ ਸਿੱਖਿਆ? All the students shouted. ਸਾਰੇ ਵਿਦਿਆਰਥੀਆਂ ਨੇ ਰੌਲਾ ਪਾਇਆ। Our health is in our hands. ਸਾਡੀ ਸਿਹਤ ਸਾਡੇ ਹੱਥਾਂ ਵਿੱਚ ਹੈ। ਤਾਂ ਹੱਥ ਸਾਫ਼ ਤਾਂ ਸਾਡੀ ਸਿਹਤ ਵੀ ਠੀਕ ਰਹੇਗੀ। ਠੀਕ ਹੈ ਬੱਚਿਓ, ਹੁਣ ਤੁਸੀਂ ਵੀ ਧਿਆਨ ਦੇਣਾ ਵੀ ਖਾਣਾ ਖਾਣ ਤੋਂ ਪਹਿਲਾਂ, ਬਾਅਦ, ਖੇਡ ਕੇ ਆ ਕੇ, ਜਾਨਵਰਾਂ ਨਾਲ ਖੇਲ ਕੇ, ਟਾਇਲਟ ਜਾ ਕੇ ਹਮੇਸ਼ਾ, ਤੇ ਹਸਪਤਾਲ ਤੋਂ ਵੀ ਵਾਪਸ ਆਓ ਜਾਂ ਬਾਹਰੋਂ ਕਿਤੋਂ ਵੀ ਵਾਪਸ ਆਓ, ਆਪਣੇ ਹੱਥ ਜ਼ਰੂਰ ਧੋ। ठीक है बेटा। आगे है एक्सरसाइज, लेट्स आंसर। आओ उत्तर दइए। पहला, आंसर द फॉलोइंग क्वेश्चंस। हेर दिते प्रश्नां दे उत्तर दिओ। सब तो पहला, which day is celebrated as children's day? केड़ा दिन बाल दिवस वजों मनाया जाता है? आ देखो, 14 नवंबर। 14 नवंबर is celebrated as Children's Day. अगला, why did the mother take Simran to the doctor? ਜਿਹੜੇ ਮਾਂ ਸੀ ਉਹ ਸਿਮਰਨ ਨੂੰ ਡਾਕਟਰ ਕੋਲ ਕਿਉਂ ਲੈ ਗਈ? She felt stomach ache. It was severe. ਤਾਂ ਆਪਾਂ ਲਿਖ ਸਕਦੇ ਹਾਂ she had severe, ਬਹੁਤ ਜ਼ਿਆਦਾ serious stomach ache. The mother took Simran to the doctor because, क्योंकि she had
severe stomach ache, ज़्यादा stomach ache, पेट विच दर्द हो रहा सी। Do you wash your hands before eating? कि तुसी अपने हाथ धोंदे हो खाना खाण तो पहला? Yes, I wash my hands before eating। हाँ जी, खाना खाण तो पहला मैं अपने हाथ धोंदा हाँ या धोंदी हाँ। अगला, What have you learned from the story? तुसी कहानी तो की सिक्ख्या? मैं ਤਾਂ ਇਹ ਸਿੱਖਿਆ I learned health is wealth, जिसका मतलब है सेहत ही दौलत है। आगे चलते हैं, fill in the blanks, खाली थावां भरो। सोप साबुन, क्लीन साफ, हैंड्स हाथ, हेल्थ सेहत, जर्म्स कीटाणु। वी शुड कीप आवर हैंड्स नीट एंड क्लीन, सानू अपने हत्थां नू साफ सुथरा रखना चाहिए है। द डैश कैन नॉट बी सीन विद नेकेड आई, द जर्म्स कीटाणु असी अपनी जिहड़ी अखां ने ਉਂਝ ही नहीं देख सकते, बहुत छोटे हुंदे ने। नेकेड दा मतलब जिहड़ी साडी अखां बिना चश्मे तो या किसी होर चीज तो छोटे छोटे कीटाणु नहीं देख सकती। द जर्म्स आर वेरी टाइनी, कीटाणु बहुत छोटे हुंदे ने। व्हेन वी वॉश आवर हैंड्स विद सोप, जद असी साबुन नाल अपने हाथ धोंदे आ, द जर्म्स गो डाउन द ड्रेन, तां जिहड़े कीटाणु हैं ओह ड्रेन विच चले जांदे ने, नाली विच चले जांदे ने। ते आपां लिख अगला रह गया, हेल्थ लाइज इन योर हैंड्स, तुहाडी सेहत तुहाडे हत्थां विच ही हुंदी है। मेक सेंटेंसेस, वाक बनाओ। सब तो पहला है वॉश धोना, आई ऑलवेज वॉश माई hands before meal, खाना खाण तो पहला मैं हमेशा अपने हाथ धोंदा हाँ। स्कूल, I go to the school every day, मैं रोजाना स्कूल जांदा हाँ या जांदी हाँ। टीचर, our teacher told us to respect elders, साडे अध्यापक ने सानू दस्सिया भी वड्डियां दा आदर करो। ड्रिंक, इत्थे we should drink 8 glasses of water एवरी डे, रोजाना सानू कम तो घट 8 गिलास पानी जरूर पीना चाहिए है। आगे चलते हैं, राइट वन वर्ड फॉर द फॉलोइंग, हेठ लिखे लिए एक शब्द लिखो, एक शब्द दे विच समझाओ। वन हू हेल्प्स इन नीड, जद लोड़ पए तां मदद करे साडी, ओनू आपां की कहीदा है? फ्रेंड, दोस्त। वन हू ट्रीट्स द सिक, वो जो बीमारां दा इलाज करता है, डॉक्टर। वन हू टीचेस, वो जो सिखाउंदा है या पढ़ांदा है, टीचर। वन हू सेल्स मेडिसिन्स, वो जो दवाइयां बेचता है। 3 ਵੱਖ-ਵੱਖ नाम ने, या तो तुसी ओनू कैमिस्ट कह सकते हो, कैमिस्ट दी दुकानां हुंदियां ने। दुकानदार, शॉपकीपर, या फिर तुसी ओनू फार्मासिस्ट भी कह सकते हो। बाहरले देशां विच कैमिस्ट नहीं कहा जाता, फार्मासिस्ट कहा जाता है। ठीक है। वोकेबलरी यानी कि नवे शब्द, शब्दावली। लर्न दीज वर्ड्स एंड राइट इन योर नोटबुक्स, ये शब्द सीखो और अपनी नोटबुक विच लिखो। सब दे पिछे लग रहे TION,
आओ पहला मतलब जानते हैं इन्हां दा। एक्शन यानी कि कोई भी कार्रवाई करना, कोई काम करना। क्वेश्चन सवाल। नेशन राष्ट्र। एडिशन जोड़। पोजीशन स्थिति। स्टेशन जिथे बस खड़ी हुंदी है या रेल गड्डी आंदी है। मोशन गति। कंडीशन हालत या फिर शर्त भी हुंदा है कंडीशन दा मतलब। इनविटेशन सद्दा देना किसे नू, किते सदना। वेकेशन छुट्टी। डिक्टेशन यानी मूंह जबानी किसी नू कुछ दसना। जिवें मान लो कोई तुहाडे घर दा नक्शा दस पूछे तां तुसीं उहनूं मूंह जबानी जद समझांदे हो उहनूं आपां कहीदा डिक्टेशन देनी। अगे है मेक वर्ड्स यूजिंग लेटर्स फ्रॉम द गिवन वर्ड्स। इत्थे एक शब्द दिता होया है ते ਇਹਦੇ ਤੋਂ ਆਪਾਂ ਵੱਖ-ਵੱਖ ਹੋਰ ਸ਼ਬਦ ਬਣਾਣੇ ਨੇ, ਜਿਵੇਂ ਹੈਲਥ ਸਿਹਤ, ਈਟ ਖਾਣਾ, ਦ ਹੀਲ ਦਾ ਮਤਲਬ ਚੰਗਾ ਹੋਣਾ। आओ अगे हैंड। हैंड का एक तो बन जाएगा थोड़ा एंड, एन, हैड। वॉश का बन जाएगा ऐश, राख, वॉज, हैज। टॉयलेट का बन जाएगा लेट, लाई, लॉट बहुत ज्यादा या फिर ऑयल, तेल भी बना सकते हैं ते एदा बन जाएगा टाई। बहुत सारे बन जाएंगे। अगला है बच्चों हॉस्पिटल, जिन्हों आपां कहीदा है हस्पताल। एदा बन जाएगा एक ता टॉप, पॉलिश किसी नू पेंट करना किसी चीज नू। एदा होर भी बन जाएगा जब आपां हाई कहंदे आ किसी नू हाई, ओह इंज भी तो कहंदे आ, एज भी बन जाएगा जब किसी चीज का उदाहरण देईदा। ते नाल ही नाल प्लॉट या फिर प्लॉट्स, किसी थानू आपां प्लॉट कहीदा जिहदे ते मकान बनाईदा है कि नहीं। अगे चलदे आ लैंग्वेज कॉर्नर, भाषा दा कोना। लुक एट द फॉलोइंग पिक्चर्स। हेठ दित्तियां तस्वीरां नू वेखो। अ ब्यूटीफुल गर्ल, एक सोहनी कुड़ी। एन एंग्री लायन, एक गुस्से वाला शेर। अ कलरफुल अम्ब्रेला, एक रंग बिरंगी छतरी। अ वाइट काउ, एक चिट्टी गां। अ बिग पंपकिन, एक वड्डा कद्दू। टू पिजन्स, दो कबूतर। इत्थे दस्सिया गया द हाईलाइटेड वर्ड्स आर कॉल्ड एडजेक्टिव। आ जिहड़े दूजे रंग विच लिखे हुए ने इन्हां नूं एडजेक्टिव्स कहीदा या फिर विशेषण कहीदा, जो कोई विशेषता दसदे ने किसी बारे। ठीक है बच्चों, जे एडजेक्टिव नहीं याद हुंदा तां तुसीं लिख सकते हो विशेषण। ये सौखा है ना याद करना, जो किसी बारे विशेषता दसदे ने। एक ने, दो ने, छोटा है, वड्डा है, रंग बिरंगा है, फिक्का है, किहड़े रंग दी गां हैगी है, सोहनी है कुड़ी, किहे जी है, उच्ची लंबी है, गुस्से वाला शेर है, किहे जा है। कुछ ना कुछ तो दसदे ने, इसलिए इन्हां नूं कहीदा है विशेषण। आ देखो होर उदाहरण दिते हुए ने एडजेक्टिव्स दे, जो विशेषता दसदे ने विशेषण। एडजेक्टिव्स टेल अस, वो सानू की दसदे ने कलर, रंग, किसी चीज का टेस्ट, स्वाद भी दसदे ने। स्मैल, कि जी खुशबू आ रही है। शेप, शक्ल। नंबर, गिनती दसदे ने भी किन्ने नी, एक दो। साउंड्स, जे आवाज आंदी है। फीलिंग्स, भावनावां बारे भी दसदे ने। टच, छू, महसूस किवें हुंदा है वो भी दसदे ने। आ देखो जिवें उदाहरण दिते हुए ने कलर, रंग,
दसते ने रेड है, ग्रीन है, येलो है, वाइट है। लाल, हरा, पीला, चिट्टा केड़ा रंग है? टेस्ट मतलब स्वाद। स्वीट, सार या बिटर? स्वीट का मतलब मिठा, सार का मतलब खट्टा, बिटर का मतलब कौड़ा। स्मैल बारे दसते ने, सुगंध स्ट्रोंग है, बहुत ज्यादा सुगंध आ रही है, जिवें आपां तबेले चले जाइए या बहुत ज्यादा परफ्यूम ला लईए तो बहुत तकड़ी स्मैल आती है। स्वीट है, वधिया हैगी है, फ्रेश है, ताजी। शेप आकार, शक्ल, राउंड है, गोल है, ट्रायंगल है, त्रिकोण है या फ्लैट है, इंज करके जिवें टेबल हुंदा है। नंबर गिनती दसदे ने, फ्यू यानी कि कुछ, मैनी यानी कि बहुत सारे, टू यानी कि दो। साउंड्स आवाजां बारे भी दसदे ने किसी दी। लाउड है, उच्ची है, साइलेंट है, चुप है, क्वाइट वो भी चुप हुंदा है। फीलिंग्स भावनावां बारे भी दसदे ने। खुश है कोई, हैप्पी, सैड है, उदास, एंग्री है या गुस्से। टच बारे भी, किहे जी छू करके तुसी किहे जा एहसास करते हो छू के। हार्ड सख्त है, सॉफ्ट नरम, स्मूथ यानी कि बहुत ही निर्विघ्न, बहुत बहुत अच्छा महसूस ਹੁੰਦਾ ਜਦੋਂ ਦੇ ਤੇ ਹੱਥ ਫੇਰਦੇ ਆ। ਠੀਕ ਹੈ ਬੱਚਿਓ, ਹੁਣ ਇੱਥੇ ਲਿਖਿਆ ਹੋਇਆ ਹੈ fill in the blanks with correct option। ਸਹੀ ਆਪਸ਼ਨ ਚੂਜ਼ ਕਰਕੇ ਆਪਾਂ ਇਹ ਖਾਲੀ ਥਾਵਾਂ ਭਰਨੀਆਂ ਨੇ। ਅ ਡੈਸ਼ ਮੈਂਗੋ, ਇਹ ਕਿਹੋ ਜਿਹਾ ਮੈਂਗੋ ਹੈ? ਯੈਲੋ। ਵਿਸ਼ੇਸ਼ਤਾ ਦੱਸ ਰਿਹਾ ਹੈ ਨਾ, ਯੈਲੋ ਹੈ, ਬਲੈਕ ਨਹੀਂ ਹੈ। ਡੈਸ਼ ਹਨੀ, ਜਿਹੜਾ ਸ਼ਹਿਦ ਹੁੰਦਾ ਕਿਹੋ ਜਿਹਾ ਹੁੰਦਾ ਹੈ? ਬਿਟਰ ਹੁੰਦਾ ਹੈ ਜਾਂ ਸਵੀਟ? ਬਿਟਰ यानी कि कौड़ा या स्वीट मिठा? स्वीट मिठा ਹੁੰਦਾ ਹੈ। अ डैश बॉल, अ बॉल किहो जी है? राउंड, गोल है या स्क्वेयर? इस तरीके दी है, ये हैगी है और राउंड बॉल, गोल। अ डैश बॉय, ये बच्चा किहो जिहा लग रहा है? एंग्री, गुस्से या हैप्पी, खुश? हैप्पी, खुश बॉय। डैश बुक्स, किन्नियां किताबां ने? 4, 4 या 2? 2 बुक्स। ठीक है बच्चों। डिग्रीज ऑफ कंपैरिजन यानी कि तुलना दियां डिग्रियां, थोड़ा ज्यादा होर ज्यादा। आओ समझते हैं। टॉल यानी कि लंबा, टॉलर उस तो थोड़ा जिहा होर लंबा, टॉलेस्ट सब तो उच्चा। ठीक है बच्चों, पीछे EST लग गया, इथे ER। फैट मोटा, फैटर थोड़ा होर मोटा, फैटेस्ट सब तो मोटा। बिग वड्डा, बिगर उस तो वड्डा, बिगेस्ट सब तो वड्डा। फास्ट तेज, फास्टर थोड़ा होर तेज, फास्टेस्ट सब तो तेज। समझ आ गया बच्चों? आ देखो ਹੁਣ ਇੱਥੇ ਲਿਖੀਆਂ ਹੋਈਆਂ ਨੇ ਡਿਗਰੀਆਂ। ਪੋਜ਼ਿਟਿਵ, ਕੰਪੈਰੀਟਿਵ, ਸੁਪਰਲੇਟਿਵ। ਠੀਕ ਹੈ, ਤੇ ਇੱਥੇ ਕੰਪੈਰੀਟਿਵ ਦਾ ਮਤਲਬ ਜਦ ਤੁਲਨਾ ਕੀਤੀ ਜਾਏ, ਤੇ ਸੁਪਰਲੇਟਿਵ ਦਾ ਮਤਲਬ ਉੱਤਮ, ਇਸ ਤੋਂ ਅੱਗੇ ਕੁਝ ਵੀ ਨਹੀਂ। ਗੁੱਡ ਚੰਗਾ, ਬੈਟਰ बेहतर, द बेस्ट सब तो उत्तम। समझ गए बच्चों? तुलना की जा रही है। बैड बुरा, वर्स बहुत ज्यादा बुरा, द वर्स्ट घटिया। ब्रेव बहादुर, ब्रेवर थोड़ा उस तो ज्यादा बहादुर, द ब्रेवेस्ट सब तो बहादुर। टॉल उच्चा, टॉलर थोड़ा होर उच्चा, द टॉलेस्ट सब तो उच्चा। ओल्ड पुराना, ओल्डर पुराने, द ओल्डेस्ट सब तो पुराना। सॉफ्ट बहुत ज्यादा मुलायम, सॉफ्टर थोड़ा होर मुलायम, द सॉफ्टेस्ट सब नू पिछे छड़ता है, सब तो ज्यादा मुलायम है। शॉर्ट
छोटा, शॉर्टर थोड़ा होर छोटा, शॉर्टेस्ट सब तो छोटा, स्वीट मिठा, स्वीटर थोड़ा होर मिठा, द स्वीटेस्ट सब नु पिछे छड़ता सब तो मिठा, वाइज बुद्धिमान, वाइजर थोड़ा होर समझदार या बुद्धिमान, द वाइजेस्ट सब तो बुद्धिमान, हाई उच्चा, हायर थोड़ा होर अगे वधो, हाईएस्ट द हाईएस्ट सब तो ऊंचा, यंग नौजवान, यंगर थोड़ा होर नौजवान, यंगेस्ट सब तो छोटा। ए जड़ा यंगर है ये मतलब इस तो भी छोटा हैगा। ब्यूटीफुल सुंदर, मोर ब्यूटीफुल होर सुंदर, द मोस्ट ब्यूटीफुल सब तो सुंदर, इंपॉर्टेंट यानी कि महत्वपूर्ण, मोर इंपॉर्टेंट वधेरे महत्वपूर्ण, ज्यादा जरूरी, द मोस्ट इंपॉर्टेंट सब तो महत्वपूर्ण। इत्थे लिखा है फिल इन द ब्लैंक्स विद पॉजिटिव, कंपैरेटिव और सुपरलेटिव डिग्री ऑफ एडजेक्टिव। आओ करिए हुण आपां ये काम जो सिक्ख्या है वो इत्थे लिखांगे। इत्थे हैगा है कंपैरेटिव दे विच सॉफ्टर, तां इत्थे आ गया सॉफ्ट, सॉफ्टर, ते इत्थे आ जाएगा द सॉफ्टेस्ट सब तो मुलायम। वर्स्ट किदा सी, इत्थे आ जाएगा वर्स, ये तुसी याद कर लिया, इत्थे आएगा बैड, बैड वर्स वर्स्ट सब तो बुरा। फिर हैगा बच्चों काइंड, काइंड मतलब दयालु, काइंडर थोड़ा होर दयालु, काइंडेस्ट सब तो दयालु, गुड यानी कि वधिया, बेटर थोड़ा होर वधिया, द बेस्ट सब तो वधिया, मोर इंटेलिजेंट यानी कि इत्थे आएगा इंटेलिजेंट, मोर इंटेलिजेंट, ते इत्थे आ जाएगा मोस्ट इंटेलिजेंट। ठीक है बच्चों। लो यानी कि कट, लोअर थोड़ा होर कट, लोएस्ट सब तो कट। आगे है लिसन, स्पीक एंड एंजॉय, सुनो बोलो आते आनंद लो। कॉन्वर्सेशन गलबात हो रही है। पहली गलबात हाउ आर यू, तुसी किवें हो। जवाब आंदा है आई एम फाइन थैंक यू, मैं ठीक हाँ धन्यवाद पुछण लई। हैव यू डन योर वर्क, कि तुसी अपना काम कर लिया। जवाब आंदा है यस आई हैव डन माई वर्क, हाँ जी मैं अपना काम कर लिया। टंग ट्विस्टर, थोड़ी जीभ अड़ती है बोलन विच, आओ बोल के देखिए। आइसक्रीम, आइसक्रीम नहीं है आई स्क्रीम, मैं चीकदा हाँ, यू स्क्रीम तुसी भी चीकदे हो, वी ऑल स्क्रीम असी सारे इकट्ठे होके चीकदे आ। फॉर एन आइसक्रीम किदे लई चीक रहे आ, आइसक्रीम लई। हुण तुसी बोल के देखियो आइसक्रीम, यू स्क्रीम, वी ऑल स्क्रीम, फॉर एन आइसक्रीम। कितनी बार बोल सकते हो ये जरूर दस्सियो मैनू। आगे है द टीचर विल स्पीक द फॉलोइंग वर्ड्स इन वन गो, अध्यापक ये सारे शब्द एक वारी दे विच बोलणगे। सैवलॉन, डीटॉल, बैंडेज, मेडिसिन, कॉटन। सैवलॉन हुंदी है बच्चों जे मलम ते लांदे आ, डिटॉल भी, बैंडेज हो गई पट्टी, मेडिसिन दवाई, ते कॉटन हो गई कपा या फिर ਉਂਝ ਤੁਹਾਨੂੰ पता ही होएगा चिट्टे जे रंग दी जो हुंदी है। नाउ द टीचर विल आस्क स्टूडेंट्स टू स्पीक द सेम वर्ड्स टू चेक देयर रिकॉलिंग पावर। एक बार अध्यापक बोलणगे, उस तो बाद अध्यापक विद्यार्थियों ਨੂੰ ਜਾਂਚ ਕਰਨ ਲਈ, ਦੇਖਣ ਲਈ, ਟੈਸਟ ਕਰਨ ਲਈ ਇਹੀ ਸਾਰੇ ਸ਼ਬਦ ਬੋਲਣ ਲਈ ਕਹਿਣਗੇ, ਦੇਖਣ ਲਈ ਵੀ ਉਹਨਾਂ ਦੀ ਯਾਦ ਕਰਨ ਦੀ ਸ਼ਕਤੀ ਕਿੰਨੀ ਹੈ। ਆਪਾਂ ਇੱਕ ਵਾਰ ਫੇਰ ਪੜ੍ਹੀਏ।
Savlon, Dettol, bandage, medicine, cotton. Savlon, Dettol, bandage, medicine, cotton. ਅੱਗੇ ਚੱਲਦੇ ਹਾਂ ਰੀਡਿੰਗ ਪ੍ਰੈਕਟਿਸ ਪੜ੍ਹਨ ਦਾ ਅਭਿਆਸ। A. Do you know the steps of washing hands? ਕੀ ਤੁਸੀਂ ਹੱਥ ਧੋਣ ਦੇ ਜਿਹੜੇ ਕਦਮ ਨੇ ਜੋ ਕਰਨਾ ਚਾਹੀਦਾ ਹੈ ਉਹ ਜਾਣਦੇ ਹੋ? Here they are. ਉਹ ਇੱਥੇ ਹਨ। Read and follow. ਪੜ੍ਹੋ ਅਤੇ ਉਹਨਾਂ ਦਾ ਪਾਲਣ ਕਰੋ। ਸਭ ਤੋਂ ਪਹਿਲਾਂ wet your hands, ਆਪਣੇ ਹੱਥ ਗੀਲੇ ਕਰੋ। ਦੂਜਾ apply soap, ਸਾਬਣ ਲਗਾਓ। ਤੀਜਾ rub between your fingers, ਆਪਣੀਆਂ ਉਂਗਲਾਂ ਦੇ ਵਿਚਕਾਰ ਰਗੜੋ। ਚੌਥਾ rub your thumbs and wrist, ਆਪਣੇ ਅੰਗੂਠੇ ਅਤੇ ਗੁੱਟ ਨੂੰ ਰਗੜੋ। ਆ ਦੇਖੋ ਆ ਰਗੜ ਰਹੇ ਨੇ ਗੁੱਟ ਨੂੰ। rub your nails on the palm, ਆਪਣੇ ਨੋਹਾਂ ਨੂੰ ਹਥੇਲੀ ਤੇ ਰਗੜੋ। rinse and dry your hands, ਆਪਣੇ ਹੱਥਾਂ ਨੂੰ ਧੋਵੋ ਅਤੇ ਫਿਰ ਸੁਕਾਓ। ਹੁਣ ਇੱਥੇ ਕਿਹਾ ਹੋਇਆ arrange the pictures in order, ਤਸਵੀਰਾਂ ਨੂੰ ਇੱਕ ਆਰਡਰ ਦੇ ਵਿੱਚ ਲਗਾਓ। ਜੋ ਤੁਸੀਂ ਸਿੱਖਿਆ ਹੈ ਉਹ ਇੱਥੇ ਸਾਰਾ ਦਰਸਾਇਆ ਗਿਆ। ਹੁਣ ਤੁਸੀਂ ਦੱਸਣਾ ਹੈ ਕਿੱਥੇ ਕੀ ਆਏਗਾ। ਸਭ ਤੋਂ ਪਹਿਲਾਂ ਅਸੀਂ ਆਪਣੇ ਹੱਥ ਗਿੱਲੇ ਕਰਾਂਗੇ। ਹਾਂਜੀ, ਇੱਥੇ ਆ ਜਾਏਗਾ wet your hands, ਨੰਬਰ 1। ਉਸ ਤੋਂ ਬਾਅਦ ਲਾਵਾਂਗੇ ਸੋਪ, ਸਾਬਣ ਲਾਵਾਂਗੇ, ਨੰਬਰ 2। ਆਪਾਂ ਪੜਿਆ ਸੀ ਨਾ ਅਪਲਾਈ ਸੋਪ, ਇਹ ਆ ਗਿਆ ਨੰਬਰ 2। ਉਸ ਤੋਂ ਬਾਅਦ rub between fingers ਦੱਸਿਆ ਸੀ 3। rub your thumbs and wrist, ਆ ਦੇਖੋ 4, ਗੁੱਟ ਮਲਣ ਨੂੰ। ਫਿਰ ਮੈਂ ਦੱਸਿਆ ਸੀ rub your nails, ਨਾਖੂਨਾਂ ਨੂੰ, 5, ਤੇ ਅਖੀਰ ਚ ਆ ਗਿਆ 6, rinse and dry, ਹੱਥ ਸੁਕਾ ਵੀ ਲਓ, ਉਹ ਵੀ ਜ਼ਰੂਰੀ ਹੁੰਦਾ ਹੈ। ਠੀਕ ਹੈ ਬੱਚਿਓ। ਅੱਗੇ ਹੈਗਾ ਰਾਈਟਿੰਗ ਡੈਸਕ। ਹੁਣ ਇੱਥੇ ਆਪਾਂ ਲਿਖਾਂਗੇ ਗੁੱਡ ਹੈਬਿਟਸ, ਚੰਗੀਆਂ ਆਦਤਾਂ। ਰਾਈਜ਼ अर्ਲੀ ਇਨ ਦ ਮਾਰਨਿੰਗ, ਜਿਹਦਾ ਮਤਲਬ ਹੈ ਸਵੇਰੇ ਜਲਦੀ ਉਠੋ। ਬ੍ਰਸ਼ your teeth twice a day, ਦੰਦਾਂ ਨੂੰ 2 ਵਾਰ ਬ੍ਰਸ਼ ਕਰੋ। take a bath daily, ਰੋਜ਼ ਨਹਾਓ। trim your nails properly, ਨੋਹਾਂ ਨੂੰ ਆਪਣੇ ਜਿਹੜੇ ਨੌ ਹੈਗੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੱਟੋ। wash your hands before and after meals, ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਹੱਥ ਜ਼ਰੂਰ ਧੋ। always be punctual, ਹਮੇਸ਼ਾ ਸਮੇਂ ਦੇ ਪਾਬੰਦ ਰਹੋ, ਹੋਣਾ ਚਾਹੀਦਾ ਹੈ। ਰਿਸਪੈਕਟ your elders, ਵੱਡਿਆਂ ਦਾ ਆਦਰ ਕਰੋ। speak the truth, ਹਮੇਸ਼ਾ ਸੱਚ ਬੋਲੋ। come to school on time, यानी कि समय सिर। do your homework daily, हर रोज अपना होमवर्क करो। ते ਇਹ ਵੀ ਲਿਖ ਸਕਦੇ ਹੋ do your homework properly, ਚੱਜ ਨਾਲ। ਠੀਕ ਹੈ ਬੱਚਿਓ, ਇਹ ਹੈਗੇ ਨੇ ਗੁੱਡ ਹੈਬਿਟਸ। ਹੁਣ ਇੱਥੇ ਲਿਖਿਆ ਹੋਇਆ ਵੈਲਿਊ ਆਈ ਲਰਨਡ, ਕਿਹੜੀਆਂ ਚੀਜ਼ਾਂ ਮੈਂ ਸਿੱਖੀਆਂ। ਪਿਕ ਐਂਡ ਰਾਈਟ, ਇੱਥੋਂ ਚੁਣ ਕੇ ਇੱਥੇ ਲਿਖਣੀ ਹੈ। I am always, ਮੈਂ ਹਮੇਸ਼ਾ। I never, ਮੈਂ ਕਦੇ ਨਹੀਂ ਕਰਦਾ ਜੋ, ਉਹ ਆਪਾਂ ਇੱਥੇ ਲਿਖਾਂਗੇ। come late, ਯਾਨੀ ਕਿ ਦੇਰ ਨਾਲ ਆਉਣਾ। I never come late, ਇੱਥੇ ਆ ਜਾਏਗਾ। punctual, यानी कि समय सिर आना। I am always punctual, मैं हमेशा समय की कदर करना। lovable, मतलब प्यारा। I am always lovable, सारे प्यार करते ने। I am always truthful, यानी मैं हमेशा सच बोलता हाँ या सच का साथ दिंदा हाँ। I never fight, मैं कदे भी नहीं लड़ता। I never tell a lie, मैं कदे भी झूठ नहीं बोलता। I never steal, मैं कदे भी चोरी नहीं करता। I am always careful, मैं हमेशा ध्यान नाल काम करता या ध्यान रखता।
ठीक है बच्चों, आगे है एक्टिविटी टाइम। टेल योर फैमिली एंड फ्रेंड्स अबाउट बेनिफिट्स एंड स्टेप्स ऑफ वॉशिंग हैंड्स। अपने परिवार ਅਤੇ ਦੋਸਤਾਂ ਨੂੰ ਹੱਥ ਧੋਣ ਦੇ ਲਾਭ ਅਤੇ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਨੇ ਹੱਥ ਧੋਣ ਵੇਲੇ ਉਹਨਾਂ ਬਾਰੇ ਜਾਗਰੂਕ ਕਰੋ ਜਾਂ ਦੱਸੋ। ਜਾਂ ਫਿਰ organize a rally on global hand wash day। ग्लोबल मतलब पूरी दुनिया ਦਾ जब हैंड वॉश डे ਹੁੰਦਾ है उस ਵੇਲੇ ਤੁਸੀਂ रैली भी आयोजन कर सकते हो। ठीक है, थिंक ओवर इट, इस बारे सोचो। ग्लोबल हैंड वॉशिंग डे आ रहा GHD, ये लिखा है GHD, यानी कि ग्लोबल हैंड वॉशिंग डे इज अ कैंपेन टू मोटिवेट, ये एक मुहिम है लोगों को प्रोत्साहित करना, एंड टू मोबिलाइज पीपल अराउंड द वर्ल्ड, ते उन्होंने हाथ जोड़न लई इकट्ठे करना, टू इम्प्रूव देयर हैंड वॉशिंग हैबिट्स, ताकि वो जागरूक हो सकन, प्रेरित हो सकन कि बहुत जरूरी है हाथ धोना, कितना लाभदायक है हाथ धोना। एक मुहिम है। ग्लोबल हैंड वॉशिंग डे फॉल्स ऑन अक्टूबर 15, ते ग्लोबल हैंड वॉशिंग डे या हाथ धोण दा जिहड़ा दिन है पूरी दुनिया विच मनाया जाता है 15 अक्टूबर। ठीक है बच्चों, ते इस विच आपां लोकां नूं जागृत करीदा भी ओह जाग जान भी हाथ धोने किन्ने जरूरी ने ते इह तुहाडी सेहत ते किवें असर करदे ने। ठीक है, ए सी अज दी क्लास। मैं उम्मीद करती हाँ तुसी कुछ नवा सीखिया होएगा। हुण आपां अगली क्लास मिलांगे, तब तक टेक केयर, बाय बाय।